ਆਮ ਆਦਮੀ ਪਾਰਟੀ ਦੇ ਖਾਸ ਮੰਤਰੀਆਂ ਦੇ ਖਾਸ ਨਖਰੇ। ਆਖਰਕਾਰ ਅਜਿਹੀ ਕਿਹੜੀ ਗੱਲ ਹੋ ਗਈ ਕਿ ਇੱਕ ਮਾਨ ਸਰਕਾਰ ਦੇ ਮੰਤਰੀ ਨੂੰ ਆਪਣਾ ਸਰਕਾਰੀ ਕਮਰਾ ਪਸੰਦ ਨਹੀਂ ਆ ਰਿਹਾ। ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ, ਅਸੀਂ ਗੱਲ ਕਰ ਰਹੇ ਹਾਂ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ, ਜਿਹੜੇ ਕਿ ਆਪਣੇ ਕੰਮਾਂ ਦੇ ਕਰਕੇ, ਆਪਣੇ ਦੌਰਿਆਂ ਦੇ ਕਰਕੇ ਹਮੇਸ਼ਾ ਚਰਚਾ ਦਾ ਵਿਸ਼ਾ ਰਹਿੰਦੇ ਨੇ। ਚਾਹੇ ਉਹ ਕਿਸੇ ਹਸਪਤਾਲ ਦਾ ਦੌਰਾ ਕਰਨ ਜਾਣ ਉਦੋਂ ਸੁਰਖੀਆਂ ਬਣ ਜਾਂਦੀਆਂ ਨੇ, ਚਾਹੇ ਉਹ ਮੁਹੱਲਾ ਕਲੀਨਿਕ ਦੀ ਕੋਈ ਗੱਲ ਚੱਲਦੀ है ਤਾਂ ਉਹ ਸੁਰਖੀਆਂ ਦੇ ਵਿੱਚ ਆ ਜਾਂਦੇ ਨੇ, ਤੇ ਚਾਹੇ ਫਿਰ ਗੱਲ ਕਰੀਏ 196 ਗੱਡੀਆਂ ਨੂੰ ਭਾੜੇ ਤੇ ਲੈਣ ਲਈ, ਕਿਰਾਏ ਤੇ ਲੈਣ ਲਈ, ਤਾਂ ਉਦੋਂ ਵੀ ਉਹਨਾਂ ਦੀ ਗੱਲ ਚਰਚਾ ਦੇ ਵਿੱਚ ਆ ਜਾਂਦੀ ਹੈ। ਪੰਜਾਬ ਸਰਕਾਰ ਦੀ ਸਕੱਤਰੇਤ ਦੀ ਜਿਹੜੀ ਬਿਲਡਿੰਗ ਹੈ, ਇਮਾਰਤ ਹੈ, ਉਸ ਦੇ ਵਿੱਚ ਵੱਖ-ਵੱਖ ਮਹਿਕਮਿਆਂ ਨੂੰ ਕਮਰੇ ਵੰਡੇ ਜਾਂਦੇ ਨੇ। ਹਰੇਕ ਸਰਕਾਰ ਦੇ ਵਿੱਚ ਜਦੋਂ ਵੀ ਕੋਈ ਮੰਤਰੀ ਸਹੁੰ ਚੁੱਕਦਾ ਤਾਂ ਉਸ ਤੋਂ ਇੱਕ ਜਾਂ ਦੂਜੇ ਦਿਨ ਬਾਅਦ ਉਹ ਜਦੋਂ ਚਾਰਜ ਸੰਭਾਲਦਾ ਤਾਂ ਸੰਬੰਧਿਤ ਕਮਰਾ ਜਿਹੜਾ ਮੁੱਖ ਮੰਤਰੀ ਦੇ ਵੱਲੋਂ ਹਰੇਕ ਮੰਤਰੀ ਨੂੰ ਅਲਾਟ ਕਰ ਦਿੱਤਾ ਜਾਂਦਾ ਹੈ। ਤਾਂ ਚੇਤਨ ਸਿੰਘ ਜੌੜਾ ਮਾਜਰਾ ਨੇ ਹੁਣ ਤੱਕ ਜਦੋਂ ਦੇ ਉਹ ਮੰਤਰੀ ਬਣੇ ਨੇ, ਉਹਨਾਂ ਨੇ ਤਕਰੀਬਨ 4 ਜੁਲਾਈ 2022 ਨੂੰ ਸਹੁੰ ਚੁੱਕੀ ਸੀ। ਬਾਕੀ ਆਪਣੇ 4 ਹੋਰ ਸਾਥੀ ਜਿਹੜੇ ਨਵੇਂ ਮੰਤਰੀ ਬਣੇ ਸੀ ਉਹਨਾਂ ਦੇ ਨਾਲ, ਔਰ ਉਸ ਤੋਂ ਲੈ ਕੇ ਹੁਣ ਤੱਕ ਅੱਜ ਤੱਕ 3 ਕਮਰੇ ਬਦਲ ਚੁੱਕੇ ਨੇ। ਉਹਨਾਂ ਨੂੰ ਆਖਰਕਾਰ ਆਪਣਾ ਸਰਕਾਰੀ ਕਮਰਾ ਪਸੰਦ ਕਿਉਂ ਨਹੀਂ ਆਉਂਦਾ? ਕਿ ਉੱਥੇ ਕਮਰੇ ਦੀ ਵਿੱਚ ਜਗ੍ਹਾ ਜਾਂ ਦਾਇਰਾ ਜਿਹੜਾ ਗਲਿਆਰਾ ਇੰਨਾ ਜ਼ਿਆਦਾ ਚੌੜਾ ਨਹੀਂ ਹੈ, ਖੁੱਲ੍ਹਾ ਨਹੀਂ ਹੈ ਕਿ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਦਿੱਕਤਾਂ ਆ ਰਹੀਆਂ ਨੇ, ਜਾਂ ਕੋਈ ਹੋਰ ਕਾਰਨ ਹੈ, ਕੋਈ ਹੋਰ ਵਜ੍ਹਾ ਹੈ, ਉਹਨਾਂ ਦੀ ਪਸੰਦ ਤੇ ਨਾ ਪਸੰਦ ਕਮਰਾ ਕਿਉਂ ਬਣ ਜਾਂਦਾ? ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜਦੋਂ ਚੇਤਨ ਸਿੰਘ ਜੌੜਾ ਮਾਜਰਾ ਨੇ ਸਹੁੰ ਚੁੱਕੀ, ਚਾਰਜ ਸੰਭਾਲਿਆ ਆਪਣੇ ਮਹਿਕਮੇ ਦਾ, ਸਿਹਤ ਮਹਿਕਮਾ ਦਿੱਤਾ ਗਿਆ, ਬੜਾ ਅਹਿਮ ਮਹਿਕਮਾ ਹੁੰਦਾ ਹੈ ਪੰਜਾਬ ਦੇ ਵਿੱਚ। ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਜਿਹੜੀਆਂ ਮੈਡੀਕਲ ਚੱਲ ਰਹੀਆਂ ਨੇ ਉਹਨਾਂ ਦੀ ਨਿਗਰਾਨੀ ਰੱਖਣਾ, ਔਰ ਉਸ ਤੋਂ ਬਾਅਦ ਜਿਹੜੀ ਮੈਡੀਕਲ ਸਿੱਖਿਆ ਉਹਨਾਂ ਸੰਸਥਾਵਾਂ ਦਾ ਵੀ ਖਿਆਲ ਰੱਖਣਾ ਇੱਕ ਬੜੀ ਜ਼ਿੰਮੇਵਾਰੀ ਵਾਲੀ ਇੱਕ ਅਹੁਦਾ ਹੁੰਦਾ, ਸੀਟ ਹੁੰਦੀ ਹੈ। ਤਾਂ 5ਵੀਂ ਫਲੋਰ ਦੇ ਉੱਤੇ, 5ਵੀਂ ਜਿਹੜੀ ਮੰਜ਼ਿਲ ਹੈ, ਉੱਥੇ ਕਮਰਾ ਨੰਬਰ 6 ਅਲਾਟ ਕੀਤਾ ਜਾਂਦਾ, ਜਿੱਥੇ ਤਕਰੀਬਨ 4.5 ਸਾਲ ਉਹ ਮੰਤਰੀ ਰਹੇ ਜਿਹੜੇ ਹਾਲ ਦੀ ਘੜੀ ਦੇ ਵਿੱਚ ਗ੍ਰਿਫਤਾਰ ਵੀ ਹੋਏ ਨੇ। ਸੁੰਦਰ ਸ਼ਾਮ ਅਰੋੜਾ, ਉਹਨਾਂ ਨੇ ਵੀ ਉਦਯੋਗ ਮੰਤਰੀ ਦੇ ਤੌਰ ਦੇ ਉੱਤੇ ਤਕਰੀਬਨ 4.5 ਸਾਲ ਕੰਮ ਕੀਤਾ, ਔਰ ਉਸ ਤੋਂ ਬਾਅਦ 111 ਦਿਨ ਦੀ ਚੰਨੀ ਸਰਕਾਰ ਦੇ ਦੌਰਾਨ ਜਦੋਂ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ ਪ੍ਰਗਟ ਸਿੰਘ ਨੂੰ, ਤਾਂ ਪ੍ਰਗਟ ਸਿੰਘ ਵੀ ਉਸ ਦੇ ਵਿੱਚ 111 ਦਿਨ ਉਸੇ ਕਮਰੇ ਦੇ ਵਿੱਚ ਰਹਿੰਦੇ ਨੇ, 5ਵੀਂ ਮੰਜ਼ਿਲ ਦੇ ਉੱਤੇ 6 ਨੰਬਰ ਕਮਰਾ। ਤਾਂ ਉਸ ਤੋਂ ਬਾਅਦ ਚੇਤਨ ਸਿੰਘ ਜੌੜਾ ਮਾਜਰਾ ਨੂੰ ਲੱਗਿਆ ਕਿ ਕਮਰੇ ਦੇ ਵਿੱਚ ਕੰਮ ਠੀਕ ਠਾਕ ਨਹੀਂ ਚੱਲ ਰਿਹਾ, ਤਾਂ ਉਹਨਾਂ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ, ਇੱਕ ਮਹਿਕਮੇ ਦੇ ਵੱਲੋਂ ਪੱਤਰ ਭੇਜਿਆ ਗਿਆ ਕਿ ਕਿਰਪਾ ਕਰਕੇ ਕਮਰਾ ਕੋਈ ਹੋਰ ਅਲਾਟ ਕਰ ਦਿੱਤਾ ਜਾਵੇ। ਤਾਂ ਫਿਰ ਉਸ ਤੋਂ ਬਾਅਦ ਦਸਤਖਤ ਹੁੰਦੇ ਨੇ, ਮਨਜ਼ੂਰੀ ਮਿਲਦੀ ਹੈ, ਤਾਂ 6ਵੀਂ ਫਲੋਰ ਦੇ ਉੱਤੇ, 6ਵੀਂ ਮੰਜ਼ਿਲ ਦੇ ਉੱਤੇ 38 ਨੰਬਰ ਕਮਰਾ ਜਿਹੜਾ ਉਹ ਚੇਤਨ ਸਿੰਘ ਜੌੜਾ ਮਾਜਰਾ ਨੂੰ ਅਲਾਟ ਕਰ ਦਿੱਤਾ ਜਾਂਦਾ। ਤੇ ਇੱਥੇ ਵੀ ਦੱਸ ਦਈਏ ਕਿ ਤਕਰੀਬਨ 5 ਸਾਲ ਕਾਂਗਰਸ ਦੇ ਦੌਰਾਨ ਮੰਤਰੀ ਬ੍ਰਹਮ ਮਹਿੰਦਰਾ, ਉਹਨਾਂ ਨੇ ਚਾਰਜ ਸੰਭਾਲੀ ਰੱਖਿਆ ਔਰ 5 ਸਾਲ ਮੰਤਰੀ ਰਹੇ। ਉਹਨਾਂ ਕੋਲ ਵੀ ਇਤਫਾਕਨ ਤੌਰ ਦੇ ਉੱਤੇ ਚੇਤਨ ਸਿੰਘ ਜੌੜਾ ਮਾਜਰਾ ਵਾਲਾ ਹੀ ਮਹਿਕਮਾ ਸੀ, ਉਹ ਵੀ ਸਿਹਤ ਮੰਤਰੀ ਰਹੇ, ਔਰ ਉਹਨਾਂ ਨੇ ਲੋਕਲ ਬਾਡੀ ਜਿਹੜਾ ਮਹਿਕਮਾ ਹੈ ਉਹਨੂੰ ਵੀ ਸੰਭਾਲੀ ਰੱਖਿਆ। ਸਥਾਨਕ ਸਰਕਾਰਾਂ ਦਾ ਮਹਿਕਮਾ ਵੀ ਉਹਨਾਂ ਦੇ ਕੋਲ ਰਿਹਾ। ਔਰ ਇਸ ਤੋਂ ਇਲਾਵਾ ਇੱਥੇ ਵੀ ਦੱਸ ਦਈਏ ਕਿ 38 ਨੰਬਰ ਕਮਰਾ ਜਿਹੜਾ 6ਵੀਂ ਮੰਜ਼ਿਲ ਦੇ ਉੱਤੇ ਹੈ, ਇਹ ਇੰਨਾ ਭੀੜਾ ਜਾਂ ਇੰਨਾ ਖੁੱਲ੍ਹਾ ਕਿਉਂ ਨਹੀਂ ਸੀ? ਕਿਉਂਕਿ ਇਸ ਤੋਂ ਪਹਿਲਾਂ ਮੰਤਰੀ ਹੋਰ ਵੀ ਕੰਮ ਕਰਦੇ ਰਹੇ, ਉਹਨਾਂ ਨੂੰ ਇਸ ਕਮਰੇ ਤੋਂ ਦਿੱਕਤ ਕਿਉਂ ਨਹੀਂ ਆਈ, ਉਹਨਾਂ ਨੇ ਕਿਉਂ ਨਹੀਂ ਬਦਲਿਆ? ਪਰ ਚੇਤਨ ਸਿੰਘ ਜੌੜਾ ਮਾਜਰਾ ਨੇ ਫਿਰ ਚਿੱਠੀ ਲਿਖੀ, ਉਹਨਾਂ ਨੂੰ ਇਹ ਕਮਰਾ ਪਸੰਦ ਨਹੀਂ ਆਇਆ, ਔਰ ਮੁੱਖ ਮੰਤਰੀ ਨੂੰ ਚਿੱਠੀ ਲਿਖਦੇ ਨੇ ਮਹਿਕਮੇ ਦੇ ਵੱਲੋਂ, ਔਰ ਫਿਰ ਉਹਨਾਂ ਨੂੰ ਮਨਜ਼ੂਰੀ ਮਿਲ ਗਈ ਹੈ। ਤੇ ਹੁਣ ਕਮਰਾ ਨੰਬਰ ਜਿਹੜਾ ਤੀਜੀ ਵਾਰ ਅਲਾਟ ਕੀਤਾ ਗਿਆ 6ਵੀਂ ਮੰਜ਼ਿਲ ਦੇ ਉੱਤੇ 33 ਨੰਬਰ ਕਮਰਾ। ਪਹਿਲਾਂ 6ਵੀਂ ਮੰਜ਼ਿਲ ਦੇ ਉੱਤੇ 38 ਨੰਬਰ ਕਮਰਾ, ਫਿਰ 6ਵੀਂ ਮੰਜ਼ਿਲ ਤੇ 33 ਨੰਬਰ ਕਮਰਾ ਹੁਣ ਅਲਾਟ ਕਰ ਦਿੱਤਾ ਗਿਆ, ਜਿੱਥੇ ਰਾਣਾ ਗੁਰਮੀਤ ਸਿੰਘ ਸੋਢੀ ਜਿਹੜੇ ਸਪੋਰਟਸ ਮਿਨਿਸਟਰ ਵੀ ਰਹੇ, ਜਿਨ੍ਹਾਂ ਕੋਲ ਖੇਡ ਮਹਿਕਮਾ ਸੀ ਜਿਹੜਾ ਕਿ ਅੱਜ ਕੱਲ੍ਹ ਮੀਤ ਹੇਅਰ ਹੋਰਾਂ ਕੋਲ ਹੈ। ਤਾਂ ਉੱਥੇ 4.5 ਸਾਲ ਮੰਤਰੀ ਮੰਡਲ ਦੇ ਵਿੱਚ ਕੈਪਟਨ ਸਰਕਾਰ ਦੇ ਵੇਲੇ ਰਾਣਾ ਗੁਰਮੀਤ ਸਿੰਘ ਸੋਢੀ ਇਸੇ ਕਮਰੇ ਦੇ ਵਿੱਚ ਰਹੇ। ਤਾਂ ਹੁਣ ਇਹ ਕਮਰਾ ਫਿਰ ਤੋਂ ਅਲਾਟ ਕਰ ਦਿੱਤਾ ਗਿਆ। ਮੰਤਰੀ ਨੇ ਇਹ ਫੈਸਲਾ ਲਿਆ ਕਿ ਕਮਰਾ ਬਦਲ ਲੈਣਾ ਚਾਹੀਦਾ ਜੇਕਰ ਮੇਰੇ ਸਟਾਫ ਨੂੰ ਕੰਮ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ। ਹੁਣ ਕੰਮ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ ਜਾਂ ਉਸੇ ਕਮਰੇ ਦੇ ਵਿੱਚ ਪਹਿਲਾਂ ਵਾਲੇ ਮੰਤਰੀ ਤਾਂ ਕੰਮ ਕਰਦੇ ਰਹੇ, ਚਾਹੇ ਉਹਨਾਂ ਦੀ ਕਾਰਗੁਜ਼ਾਰੀ ਜਨਤਾ ਨੂੰ ਸੰਤੁਸ਼ਟ ਕਰਦੀ ਸੀ ਜਾਂ ਨਹੀਂ ਕਰਦੀ ਸੀ, ਜਾਂ ਹੁਣ ਵਾਲੇ ਮੰਤਰੀ ਵੀ ਜਿਹੜਾ ਕੰਮ ਕਰ ਰਹੇ ਨੇ ਉਹ ਸੰਤੁਸ਼ਟ ਜਨਤਾ ਨੂੰ ਕਰ ਰਹੇ ਨੇ ਜਾਂ ਨਹੀਂ ਕਰ ਰਹੇ, ਇਹ ਇੱਕ ਵੱਖਰਾ ਸਵਾਲ ਹੈ। ਪਰ ਕੰਮ ਕਰਨ ਦੀ ਜਗ੍ਹਾ, ਥਾਂ ਟਿਕਾਣਾ, ਕਮਰੇ ਉਹੀ ਨੇ ਜਿਹੜੇ ਪਿਛਲੀਆਂ ਸਰਕਾਰਾਂ ਵੇਲੇ ਸੀ।
पर चेतन सिंह जौड़ा माजरा सेहत मंत्री ਨੂੰ ਇਹ ਕਮਰੇ ਪਸੰਦ ਕਿਉਂ ਨਹੀਂ ਆ ਰਹੇ, ਇਸ ਬਾਰੇ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਚਿੱਠੀ ਦੇ ਵਿੱਚ ਕੋਈ ਕਾਰਨ ਹਵਾਲੇ ਹੋਰ ਦਿੱਤੇ ਹੋਣਗੇ, ਪਰ ਇਹ ਨਹੀਂ ਦੱਸਿਆ ਕਿ ਮੇਰੇ ਪਸੰਦ ਆ ਰਿਹਾ ਜਾਂ ਨਹੀਂ ਆ ਰਿਹਾ। ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਜਿੱਥੇ ਆਮ ਲੋਕਾਂ ਨੂੰ ਕਹਿ ਕੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਚੁਣੇ ਗਏ 92 ਵੱਡੀਆਂ ਸੀਟਾਂ ਮਿਲੀਆਂ, ਵੱਡਾ ਬਹੁਮਤ ਮਿਲਿਆ, ਪਰ ਉੱਥੇ ਕੰਮ ਕਰਨ ਦੇ ਤਰੀਕੇ ਵਧੀਆ ਹੋਣੇ ਚਾਹੀਦੇ ਨੇ ਪੁਰਾਣਿਆਂ ਦੇ ਮੁਕਾਬਲੇ, ਪਰ ਜਿਹੜੇ ਕੰਮ ਕਰਨ ਦੀ ਜਿਹੜੀ ਥਾਂ ਹੈ ਉਹ ਤਾਂ ਉਹੀ ਰਹੇਗੀ। ਪਰ ਇਹ ਚੇਤਨ ਸਿੰਘ ਜੌੜਾ ਮਾਜਰਾ ਨੂੰ ਜਿਹੜੇ ਕਮਰੇ ਪਸੰਦ ਨਹੀਂ ਆ ਰਹੇ, ਇਸ ਦਾ ਕਾਰਨ ਹੋਰ ਕੀ ਹੋ ਸਕਦਾ ਹੈ? ਹਾਲਾਂਕਿ ਜਿਹੜੇ ਹੁਣ ਤੱਕ 3 ਕਮਰੇ ਉਹਨਾਂ ਵੱਲੋਂ ਬਦਲੇ ਗਏ ਨੇ, ਉਸ ਦਾ ਕਾਰਨ ਮੋਟੇ ਤੌਰ ਤੇ ਹੀ ਹੈ ਕਿ ਉਹਨਾਂ ਨੂੰ ਇਹ ਕਮਰੇ ਪਸੰਦ ਸ਼ਾਇਦ ਨਹੀਂ ਆਏ, ਇਸ ਕਰਕੇ ਉਹਨਾਂ ਨੇ ਵਾਰ-ਵਾਰ सीएम ਨੂੰ चिट्ठी लिख के, मुख मंत्री ਨੂੰ चिट्ठी लिख के ये कमरे बदले और अलाट कराते रहे। सब तो पहला 5वीं मंजिल के उत्ते 6 नंबर कमरा, फिर 6वीं मंजिल के उत्ते 38 नंबर कमरा, फिर उस मंजिल के उत्ते 33 नंबर कमरा जिहड़ा उन्होंने अलाट करवाया। तो उन्होंने अलाट हो गया कमरा, हुण उत्थे बैठ के काम करनगे। काम की करते हैं? सवाल तो यह है, क्योंकि आम आदमी पार्टी है जिहड़ी दावा करती रही कि सानू VIP कल्चर के नाल कोई लेना देना नहीं, सानू किसी सुरक्षा के नाल कोई लेना देना नहीं, सानू आम लोगों ने चुनिया, असीं उन्हां दे विच्चों आ ते असीं अपना काम तनदेही दे नाल करांगे। काम किन्ना हो रहा है तुसीं भी सब जानते हो। पर जिथे गल करिए जिहड़े कमरे बदलण दी रवायत है जां फिर गड्डियां किराए ते लैण दी रवायत है, ये कित्थों तक वाजिब है, कित्थों तक सही है? क्योंकि 196 गड्डियां जिहड़ियां पिछले दिनां दे विच असीं खबर साझी कीती सी कि पहाड़े दे उत्ते सेहत महकमे दे विच लईआं गईआं और इस दे लई जिहड़ा रूपरेखा तैयार की गई, महीने का तकरीबन 1 करोड़ रुपया तो उसका किराया पैना पंजाब सरकार नूं। पंजाब के खजाने दे विचों जिहड़ा वार-वार हरेक काम करना होवे तां कहा जाता है कि खजाने दे विच कुछ इन्नी भी रकम नहीं पई, इन्नी भी माया नहीं है कि किसी भी काम दे उत्ते लाई जा सके। पर सेहत महकमे के अधिकारियों की जिहड़ी एक थां तो दूजी थां दे उत्ते ट्रैवलिंग दे लई, सफ़र दे लई जां होरनां समान की ढोआ ढुआई दे लई जिथे तक कोई वाजिब लगता है किराए के उत्ते गड्डियां, क्योंकि सरकार ने काम करना तो उसके लिए लईआं जा सकदियां, पर इकट्ठा ही एक रूपरेखा अजिही तैयार कर लैनी जिस दे नाल सीधे तौर के उत्ते सेहत महकमे दे विच जां खजाने के उत्ते पूरी तरह जिहड़ा वजन पएगा, बोझ पएगा। आखिरकार वो झलना तो पंजाब के लोगों ने है, पंजाब के लोग आ जिहड़े पंजाबी ने, टैक्स भरते हैं, उही पैसे के नाम के उत्ते जिहड़ियां गड्डियां ने वो किराए ते लईआं जाणगीआं। तां इस तरह की सलाह कौन दिंदा है? कि अफसरां ने बोझ पाउण दीआं सलाहां दित्तियां ते मंत्री ने झटपट मन लईआं, जां फिर मंत्री की खुद की यह समझ काम करती है कि नहीं काम इस तरीके नाल हुंदे ने, पहलां वालियां ने तो सिर्फ डंग टपाया। तां हुण सेहत मंत्री जिहड़े सिर्फ इस करके चर्चा विच नहीं रहे, सब तो पहलां वो चर्चा विच उदों आउंदे ने जदों VC डॉक्टर राज बहादुर जिहड़े कि बाबा फरीद यूनीवर्सिटी दे विच सी, उन्हां दे कंमां कारां तो खुश नज़र नहीं आए मंत्री चेतन सिंह जौड़ा माजरा। और एक तस्वीर ऐसी वायरल हुई जो कैमरिਆਂ ਦੇ ਨਾਲ, क्योंकि हरेक मंत्री नूं आदत है कि अपने नाल एक टीम लैके जानी है जिहड़ी शूट वीडियो पल पल दी करे, उस दे विचों की रिलीज़ करना की नहीं करना वो शाम नूं बैठ के IT सैल तय करदा है और रिलीज़ कर दित्तियां जांदियां ने। उसी तरह एक वीडियो बनाई गई जिस दे विच डॉक्टर राज बहादुर नूं जिहड़े नामी डॉक्टर ने उन्हां नूं जलालत दा सामना करना पिया, बाद विच उन्होंने इस्तीफा दिता। उस तो बाद एक होर VC उत्थे लाउण दी कोशिश की गई, पर वो भी पासे हो गए क्योंकि उसकी नियुक्ति के उत्ते भी गवर्नर ने सवाल उठा दिते। तो उन्हां सारियां पिछलियां गतिविधियां दे करके चर्चा विच रहे सेहत मंत्री चेतन सिंह जौड़ा माजरा ने हुण कमरे बदलने भी शुरू कर दिते ने। पर अक्सर सियासी विरोधी पार्टियां ते सोशल मीडिया के उत्ते ट्रोल हो जाती आम आदमी पार्टी की उदों सरकार जो सवाल चुके जाते हैं कि इन्होंने कहा सी बदलाव आएगा, पर इत्थे कमरे बदले जा रहे हैं और जमीनी पद्धर के उत्ते बदलाव आया या नहीं आया, इस बारे तुसी की सोचते हो? अपनी राय जरूर साझी कर सकते हो। पर बदलाव वाली सरकार हुण कमरे बदल रही है और उस दे विच मंत्री चेतन सिंह जौड़े माजरा के कमरे बदलण की असल वजह की है, असी कोशिश की। मंजिल ते सी पहला 33 नंबर कमरा, फिर हुण 38 नंबर अलॉट किया गया, उसकी वजह की है जी बदलण की? सर मैं तो है नहीं सी जे थे। अच्छा, तो बाहर से ਤੁਹਾਡੇ ਨੋਟਿਸ 'ਚ ਹੈ ਨਹੀਂ ਜੀ ਇਹ ਗੱਲ? मैं तो बाहर सीगा जी, हजे मैं सेक्रेटरी गया नहीं जी। अच्छा जी, इस तो पहला 5वीं मंजिल ते 6 नंबर कमरा सी जी ਤੁਹਾਡੇ ਕੋਲ? हाँ जी, ਪਹਿਲਾਂ 5वीं मंजिल ਤੇ 6 ਨੰਬਰ ਕਮਰਾ ਸੀ ਜੀ। सर मैं तो 6वीं मंजिल ते सी मेरे ख्याल। ਨਹੀਂ, ਤੁਹਾਡਾ ਇਸ ਤੋਂ ਪਹਿਲਾਂ 5वीं ਮੰਜ਼ਿਲ ਤੇ 6 ਨੰਬਰ ਕਮਰਾ ਅਲਾਟ ਨਹੀਂ ਹੋਇਆ ਜਦੋਂ ਤੇ ਤੁਸੀਂ ਸੌਂ ਚੁੱਕੀ ਹੈ ਜੀ ਮੰਤਰੀ ਦੇ ਤੌਰ ਤੇ? नहीं 6वीं मंजिल दी है सर। अच्छा, 6वीं ਮੰਜ਼ਿਲ ਤੇ ਕਿਹੜਾ ਕਮਰਾ ਸੀ ਜੀ?
ਕਮਰਾ ਪਤਾ ਨਹੀਂ 36 ਪਤਾ ਨਹੀਂ ਕਿੰਨਾ ਇੱਥੇ ਜੀ ਆ ਕੁਛ। ਤੇ ਤੁਸੀਂ ਜਾਂਦੇ ਨਹੀਂ ਰਹੇ ਜੀ ਉੱਥੇ ਆਪਣਾ ਕੰਮਕਾਜ ਦੇਖਣ? ਕਮਰੇ ਤਾਂ ਮੈਨੂੰ ਦਫ਼ਤਰ ਉਹਦਾ ਪਤਾ ਹੀ, ਦਫ਼ਤਰ ਦਾ ਜਾਣਿਆ ਵਗ ਜਾਂਦੇ ਬਸ ਉੱਥੇ। ਅੱਛਾ ਜੀ। ਹਾਂਜੀ, ਉਹ ਤਾਂ ਆਫਿਸ ਦਾ ਤਾਂ ਪਤਾ ਹੀ ਹੁੰਦਾ ਜੀ, 6ਵੇਂ ਫਲੋਰ ਤੇ। ਪਰ ਸਾਡੇ ਕੋਲ ਜਿਹੜੀ ਜਾਣਕਾਰੀ ਆਈ ਹੈ ਜੀ, ਪਹਿਲਾਂ ਤੁਹਾਡੇ ਕੋਲ 5ਵੀਂ ਮੰਜ਼ਿਲ ਤੇ 6 ਨੰਬਰ ਕਮਰਾ ਸੀ, ਫਿਰ ਤੁਸੀਂ ਬਦਲਿਆ ਤੇ 6ਵੀਂ ਮੰਜ਼ਿਲ ਤੇ 38 ਨੰਬਰ ਕਮਰਾ, ਤੇ ਹੁਣ ਫਿਰ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਤਾਂ ਹੁਣ 38 ਨੰਬਰ ਤੋਂ 33 ਨੰਬਰ ਕਮਰਾ ਅਲਾਟ ਹੋਇਆ ਤੁਹਾਨੂੰ। ਸਰ ਜਿਹੜਾ ਹੈਗਾ ਨਾ ਆਪਣਾ 6ਵੇਂ ਫਲੋਰ ਤੇ ਹੈ ਆਫਿਸ ਹੈ ਜਿਹੜਾ ਜੀ, ਉਹੀ ਹੈ ਜੀ। 6ਵੇਂ ਫਲੋਰ ਮੈਂ ਇਹੀ ਕਨਫਰਮ ਕਰਨਾ ਚਾਹੁੰਦਾ ਸੀ ਜੀ ਤੁਹਾਡੇ ਕੋਲੋਂ ਕਿ 6ਵੀਂ ਮੰਜ਼ਿਲ ਦੇ ਉੱਤੇ ਪਹਿਲਾਂ ਤੁਹਾਡੇ ਕੋਲ 38 ਨੰਬਰ ਕਮਰਾ ਸੀ, ਹੁਣ ਦੁਬਾਰਾ ਜਿਹੜਾ ਅਲਾਟ ਕੀਤਾ ਗਿਆ ਉਹ 33 ਨੰਬਰ ਕਿਉਂ ਕੀਤਾ ਗਿਆ, ਉਸ ਦੀ ਵਜ੍ਹਾ ਕੀ ਹੈ? ਮੈਂ ਸਰ ਜਾ ਕੇ ਦੇਖ ਸਕਦਾ, ਮੈਂ ਤਾਂ ਹੁਣ ਗਿਆ ਨਹੀਂ ਹਜੇ। ਤਾਂ ਫਿਲਹਾਲ ਇਸ ਰਿਪੋਰਟ ਵਿੱਚ ਜਿਹੜੀ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕੀਤੀ ਹੈ, ਉਸ ਦਾ ਮਕਸਦ ਸਿਰਫ ਇਹੀ ਸੀ ਕਿ ਜਿਹੜੀ ਸਰਕਾਰ ਦੇ ਵਿੱਚ ਮੰਤਰੀ ਹੋਣ ਜਾਂ ਫਿਰ ਅਫਸਰ ਹੋਣ, ਉਹ ਕੰਮ ਕਰਨ ਦੇ ਲਈ ਉਹਨਾਂ ਨੂੰ ਥਾਂ ਚਾਹੀਦੀ ਹੈ, ਜਾਂ ਫਿਰ ਉਸ ਦੇ ਵਿੱਚ ਵੀ ਪਸੰਦ ਜਾਂ ਨਾ ਪਸੰਦਗੀ ਹੈ ਜਿਹੜੀ, ਉਹ ਵੀ ਪਹਿਲ ਦੇ ਆਧਾਰ ਦੇ ਉੱਤੇ ਵੇਖੀ ਜਾਣੀ ਚਾਹੀਦੀ ਹੈ। ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਉਮੀਦ ਹੈ ਕਿ ਜਿਹੜਾ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ ਗਈ, ਉਸ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉਸ ਦੇ ਮੰਤਰੀ ਖਰੇ ਉਤਰਨਗੇ। ਫਿਲਹਾਲ ਇਸ ਰਿਪੋਰਟ ਵਿੱਚ ਇੰਨਾ ਹੀ। ਮੈਨੂੰ ਦਵਾ ਗਿਆ, ਧੰਨਵਾਦ।